ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਧਾਨ ਸਭਾ ਸੈਸ਼ਨ ਮਿਸ਼ਨ 2022 ਦੀ ਸ਼ੁਰੂਆਤ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕੌਮੀ ਰਾਜਧਾਨੀ ਦੀ ਬਰੂਹਾਂ ਤੇ ਕਿਸਾਨ ਸੰਘਰਸ਼ ਚੱਲ ਰਿਹਾ, ਉਸੇ ਦੌਰਾਨ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਇਸ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੈ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ। ਬਜਟ ਸੈਸ਼ਨ ਦੇ ਪਹਿਲੇ ਦਿਨ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸਾਈਕਲਾਂ ਤੇ ਚੜ੍ਹ ਕੇ ਵਿਧਾਨ ਸਭਾ ਪਹੁੰਚੇ ਤਾਂ ਕਾਂਗਰਸ ਨੇ ਮਹਿੰਗਾਈ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਧਰਨਾ ਦਿੱਤਾ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ। ਜੇਕਰ ਗੱਲ ਕਰੀਏ ਅੱਜ ਸੈਸ਼ਨ ਦੇ ਪਹਿਲੇ ਦਿਨ ਅੱਜ ਰਾਜਪਾਲ ਦਾ ਭਾਸ਼ਣ ਹੋਇਆ, ਜਿਸ ਵਿੱਚ ਸੂਬਾ ਸਰਕਾਰ ਦੀ ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਅਸੀਂ ਜਾਣਨਾ ਚਾਹਾਂਗੇ ਅੱਜ ਦੇ ਭਾਸ਼ਣ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਝਲਕ ਹੈਗੀ ਉਹ ਦਿਖਾਈ ਦਿੱਤੀ ਹੈ। ਅਸਲ ਦੇ ਵਿੱਚ ਇਹੀ ਹੈ ਕਿਉਂਕਿ ਜਿਵੇਂ ਲਾਸਟ ਸਾਲ ਹੈ ਬਜਟ ਸੈਸ਼ਨ ਹੈ ਅਤੇ ਇਹ ਇਸ ਲੈਵਲ ਦਾ ਕਿਉਂਕਿ ਕਾਊਂਟਡਾਊਨ ਜਿਵੇਂ ਕਹਿੰਦੇ ਆ ਸ਼ੁਰੂ ਹੋ ਜਾਂਦਾ ਹੁੰਦਾ ਜਦੋਂ ਇਲੈਕਸ਼ਨ ਦਾ, ਅਤੇ ਜਦੋਂ 1 ਸਾਲ ਬਚਦਾ ਇਸ ਪੱਧਰ ਦੇ ਉੱਤੇ। ਔਰ ਸਮੁੱਚੀਆਂ ਪਾਰਟੀਆਂ ਤਾਂ ਵੈਸੇ ਜੇ ਪਾਰਟੀਆਂ ਦਾ ਤਾਂ ਸਾਡੀਆਂ ਦਾ ਕਿਰਦਾਰ ਅਤੇ ਏਮ ਹੀ ਇਹ ਬਣ ਗਿਆ ਕਿ ਉਹ ਤਾਂ ਚੋਣਾਂ ਤੋਂ ਚੋਣਾਂ ਸੋਚਦੀਆਂ ਨੇ ਕਿ ਅੱਜ ਚੋਣ ਦਾ ਰਿਜ਼ਲਟ ਆਇਆ ਹੋਵੇ, ਅਗਲੇ 5 ਸਾਲ ਦੀ ਚੋਣ ਬਾਰੇ ਸੋਚਣ ਲੱਗਣਗੀਆਂ ਵਿਚਾਲੇ ਕੀ ਹੋ ਰਿਹਾ ਨਹੀਂ ਹੈ। ਜਿਵੇਂ ਕਿਸਾਨ ਸੰਘਰਸ਼ ਚੱਲ ਰਿਹਾ ਉੱਥੇ, ਅਤੇ ਸਿਆਸਤਦਾਨ ਆਪਣੇ ਆਪ ਨੂੰ ਕਿਨਾਰੇ ਲੱਗਿਆ ਮਹਿਸੂਸ ਕਰਦਾ ਹੈ ਕਿਉਂਕਿ ਸਾਰਾ ਮੀਡੀਆ, ਸਾਰੇ ਪ੍ਰਚਾਰ ਅਤੇ ਸਭ ਚੀਜ਼ਾਂ ਉਹ ਕਿਸਾਨੀ 'ਤੇ ਫੋਕਸ ਹੋ ਗਈਆਂ, ਉਸ ਅੰਦੋਲਨ 'ਤੇ ਜਿਹੜਾ ਜਨਤਕ ਅੰਦੋਲਨ ਬਣ ਗਿਆ। ਪਰ ਫਿਰ ਵੀ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਪਾਰਟੀਆਂ ਪੰਜਾਬ 'ਚ ਫੀਲਡ ਦੇ ਵਿੱਚ ਜਾ ਰਹੀਆਂ ਨੇ ਮਿਸ਼ਨ 22 ਲੈ ਕੇ ਕਿ 22 'ਚ 'ਤੇ ਆਪਣੀ ਸਰਕਾਰ ਬਣਾਓ, ਅਸੀਂ ਆਹ ਕਰਾਂਗੇ। ਉਹਦੇ ਕਰਕੇ ਹੀ ਅੱਜ ਜਿਹੜਾ ਇਹ ਹੋਇਆ, ਮਤਲਬ ਬਾਕੀ ਪਾਰਟੀਆਂ ਦੇ ਪ੍ਰੋਟੈਸਟ ਹੋਏ ਨੇ ਅਤੇ ਸਰਕਾਰ ਨੇ ਆਪਣੇ ਵੱਲੋਂ ਇੱਕ ਪ੍ਰੋਟੈਸਟ ਵੀ ਕੀਤਾ। ਮਤਲਬ ਉਸ ਸੱਤਾਧਾਰੀ ਪਾਰਟੀ ਨੇ ਵੀ ਉਹ ਗਵਰਨਰ ਦੇ ਉਸ ਮਾਮਲੇ ਦੇ ਵਿੱਚ ਕਿ ਮਹਿੰਗਾਈ ਵੱਧ ਗਈ ਅਤੇ ਕੇਂਦਰ ਸਰਕਾਰ ਦੇ ਸਾਰੇ ਮਾਮਲੇ ਨੇ। ਪਰ ਨਾਲ ਦੀ ਨਾਲ ਅੱਜ ਰਾਜਪਾਲ ਦਾ ਭਾਸ਼ਣ ਸੀ। ਰਾਜਪਾਲ ਦਾ ਭਾਸ਼ਣ ਹਮੇਸ਼ਾ ਗੌਰਮੈਂਟ ਦੀ ਪਾਲਿਸੀ ਨੂੰ ਹੀ ਪ੍ਰਤੀਨਿਧ ਕਰਦਾ ਹੈ। ਔਰ ਲਾਸਟ ਸਾਲ ਦੇ ਵਿੱਚ ਹੁਣ ਗੌਰਮੈਂਟ ਇਹ ਦੱਸਣਾ ਚਾਹੁੰਦੀ ਹੈ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਔਰ ਕੀ ਪੂਰੇ ਹੋ ਗਏ ਔਰ ਅਸੀਂ ਅੱਗੇ ਨੂੰ ਕੀ ਕਰਾਂਗੇ, ਹੋਰ ਜ਼ਿਆਦਾ ਵੀ ਤਰੀਕੇ ਨਾਲ ਉਹ ਕਰਨਾ ਚਾਹੁੰਦੀ ਹੈ। ਰਾਜਪਾਲ ਦੇ ਭਾਸ਼ਣ ਦਾ ਇੱਕ ਇੰਪੋਰਟੈਂਟ ਸਵਾਲ ਜਿਹੜਾ ਸਰਕਾਰ ਨੂੰ ਲੱਗਦਾ ਕਿ ਉਹਨਾਂ ਦੇ ਫੇਵਰ 'ਚ ਜਾਂਦਾ ਜਾਂ ਉਹ ਪ੍ਰਾਪਤੀ ਹੈ ਉਹਨਾਂ ਦੀ ਵੱਡੀ, ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਜਿਹੜੇ ਕਾਨੂੰਨ ਨੇ ਖੇਤੀ ਦੇ, ਰਾਜਪਾਲ ਹਾਲਾਂਕਿ ਕੇਂਦਰ ਦਾ ਨੁਮਾਇੰਦਾ ਮੰਨਿਆ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਉਹਦੇ ਵੱਲੋਂ ਇਸ ਭਾਸ਼ਣ ਦੇ ਵਿੱਚ ਸ਼ਾਮਲ ਕਰਨਾ ਇੱਕ ਵੱਡੀ ਗੱਲ ਹੈ ਕਿ ਕੇਂਦਰ ਦੇ ਤਿੰਨੇ ਕਾਨੂੰਨਾਂ ਤੋਂ ਕਿਸਾਨ ਜਿਹੜੇ ਨਿਰਾਸ਼ ਨੇ, ਕਿਸਾਨ ਉਹਦੇ ਖਿਲਾਫ ਅੰਦੋਲਨ ਕਰ ਰਹੇ ਨੇ। ਔਰ ਸੱਤਾਧਾਰੀ ਧਿਰ ਨੇ 2 ਵਾਰ ਵਿਧਾਨ ਸਭਾ ਸੱਦ ਕੇ ਮਤੇ ਪਵਾਏ, ਫਿਰ ਉਹਨਾਂ ਕਾਨੂੰਨਾਂ ਦੇ ਮੁਕਾਬਲੇ ਸੋਧ ਬਿੱਲ ਆਪਣੇ ਬਿੱਲ ਪੇਸ਼ ਕੀਤੇ। ਉਹ ਰਾਸ਼ਟਰਪਤੀ ਦੀ ਅਜੇ ਕਹਿੰਦੇ ਨੇ ਅੰਡਰ ਕੰਸੀਡਰੇਸ਼ਨ ਨੇ, ਉਹਦੇ ਵਿਚਾਰ ਅਧੀਨ ਨੇ ਉਹ ਪੰਜਾਬ ਵਿਧਾਨ ਸਭਾ ਦੇ ਕਿਹੜੇ ਕਾਨੂੰਨ ਨੇ। ਔਰ ਉਸੇ ਕਰਕੇ ਉਹ ਜਿਹੜਾ ਸਭ ਤੋਂ ਇੰਪੋਰਟੈਂਟ ਪੱਖ ਦੇ ਤੌਰ 'ਤੇ ਕਾਫੀ ਉਹਦੇ 'ਤੇ ਜ਼ੋਰ ਦਿੱਤਾ ਗਿਆ ਕਿ ਅਸੀਂ ਕਿਸਾਨਾਂ ਦੇ ਪੱਖ ਦੇ ਵਿੱਚ ਖੜ੍ਹੇ ਹਾਂ। ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਦੀ ਨਾਲ ਜਿਹੜੇ ਬਾਕੀ ਦੇ ਕਈ ਵਾਅਦੇ ਨੇ ਜਾਂ ਇਹ ਸੰਕੇਤ ਦਿੱਤੇ ਨੇ ਇਸ ਸਰਕਾਰ ਨੇ ਕਿ ਅਸੀਂ ਹੋਰ ਕੀ ਕਰਨ ਜਾ ਰਹੇ ਹਾਂ ਬਜਟ ਦੇ ਵਿੱਚ ਜਾਂ ਬਾਕੀ ਚੀਜ਼ਾਂ ਦੇ ਵਿੱਚ। ਜਿਵੇਂ ਸਰਕਾਰ ਦਾ ਸਭ ਤੋਂ ਬੜਾ ਵਾਅਦਾ ਸੀ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦਾ, ਉਦੋਂ ਦੇ ਜਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਵੀਡੀਓਜ਼ ਨੇ ਜਾਂ ਬਿਆਨ ਨੇ ਜਾਂ ਅਖਬਾਰਾਂ ਛਪਿਆ, ਉਹ ਸਾਰਾ ਕੁਝ ਇਹ ਦੱਸਦੇ ਨੇ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਕੈਟਾਗਰੀਕਲੀ ਬੈਂਕ ਦਾ, ਸਰਕਾਰੀ ਬੈਂਕ ਦਾ, ਪ੍ਰਾਈਵੇਟ ਬੈਂਕ ਦਾ, ਫਾਈਨਾਂਸ ਕੰਪਨੀ ਦਾ, ਆੜ੍ਹਤੀਆਂ ਦਾ, ਸਾਹੂਕਾਰ ਦਾ, ਸਾਰਾ ਮਾਫ ਕੀਤਾ ਜਾਏਗਾ। ਅਤੇ ਅੱਜ ਦੇ ਰਾਜਪਾਲ ਦੇ ਭਾਸ਼ਣ 'ਚ ਜਿਹੜੀ ਫਿਗਰ ਦਿੱਤੀ ਗਈ ਹੈ ਉਹ ਇਹ ਹੈ ਕਿ ਸਰਕਾਰ ਨੇ 4 ਸਾਲ ਦੇ ਵਿੱਚ 4625 ਕਰੋੜ ਰੁਪਏ ਮਾਫ ਕੀਤੇ ਨੇ। ਜਦੋਂ 31 ਮਾਰਚ 2017 ਜਿਹੜੀ ਡੈਡਲਾਈਨ ਹੈ, ਨਵੀਂ ਸਰਕਾਰ ਬਣਦੀ ਆ, ਉੱਥੇ ਹੀ ਡੈਡਲਾਈਨ ਸੀ ਕਿ ਜਿੰਨਾ ਕਰਜ਼ਾ ਹੁਣ ਦਾ ਉਹਨੂੰ ਦੇਖਾਂਗੇ। ਉਦੋਂ ਤੱਕ 73,770 ਕਰੋੜ ਰੁਪਈਆ ਸੰਸਥਾਗਤ ਕਰਜ਼ਾ ਸੀ, ਭਾਵ ਸਾਹੂਕਾਰਾ ਕਰਜ਼ਾ ਉਹ 'ਚ ਸ਼ਾਮਲ ਨਹੀਂ ਸੀ। ਅੱਜ 4 ਸਾਲ ਹੋਰ ਵਿਚਰਨ ਤੋਂ ਬਾਅਦ ਕਿਸਾਨਾਂ ਦਾ ਉਹ ਕਰਜ਼ਾ ਵੀ 1 ਲੱਖ ਕਰੋੜ ਤੋਂ ਟੱਪ ਚੁੱਕਿਆ। ਮਾਫ ਕਿੰਨਾ ਹੋਇਆ? 4625 ਕਰੋੜ ਤਮਾਮ ਦੇ। ਅਤੇ ਅਗਲੇ ਵਾਰ ਉਹਨਾਂ ਨੇ ਕਿਹਾ ਕਿ ਅਸੀਂ 1,30,000 ਕਿਸਾਨਾਂ ਦਾ ਹੋਰ ਕਰਜ਼ਾ 2-2 ਲੱਖ ਰੁਪਏ ਦਾ ਮਾਫ ਕਰਾਂਗੇ ਸੰਸਥਾਗਤ ਜਿਹੜਾ ਹੈ ਅਗਲੇ ਉਹਦੇ 'ਚ ਪਾਈਪਲਾਈਨ ਦੇ ਵਿੱਚ। ਇਹਦਾ ਮਤਲਬ ਬਜਟ 'ਚ ਦਿਖਾਈ ਦੇਗਾ ਕੁਛ ਨਾ ਕੁਛ ਪੈਸਾ ਜਾਂ ਜੋ ਵੀ ਤਰੀਕਾ ਰੱਖਿਆ। ਇੱਕ ਹੋਰ ਗੱਲ ਬੜੇ ਮਤਲਬ ਇੱਕ ਚੱਲ ਰਹੀ ਸੀ ਕਿ ਮਜ਼ਦੂਰਾਂ ਨੂੰ ਕੱਢ ਦਿੱਤਾ ਗਿਆ। ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਵਾਲ ਹੈ, ਉਹਦੇ 'ਤੇ ਵਿਧਾਨ ਸਭਾ ਨੇ ਇੱਕ ਕਮੇਟੀ ਵੀ ਫਾਰਮ ਕੀਤੀ ਸੀ। ਕਮੇਟੀ ਦੀ ਰਿਪੋਰਟ ਵੀ ਇੱਥੇ ਪਈ ਹੈ।
ਪਰ ਹੁਣ ਐਤਕੀ ਦਾ ਇੱਕ ਸੰਕੇਤ ਦਿੱਤਾ ਗਿਆ ਕਿ ਉਹਨਾਂ ਚੋਂ ਵੀ ਕੁਝ ਪਰਿਵਾਰਾਂ ਨੂੰ ਰਾਹਤ, ਜਿਹੜੀ ਮਜ਼ਦੂਰ ਪਰਿਵਾਰ ਨੇ, ਬੇਜ਼ਮੀਨੇ ਲੋਕ ਨੇ, ਉਹਨਾਂ ਨੂੰ ਦੇਾਂਗੇ 500 ਕਰੋੜ ਦੇ ਲਗਭਗ ਕਰਜ਼ਾ ਉਹਨਾਂ ਦਾ ਵੀ ਮਾਫ ਕਰਾਂਗੇ ਐਸ ਅਗਲੇ ਉਹਦੇ ਵਿੱਚ। ਤੇ ਤੀਜੀ ਗੱਲ ਇਹ ਹੈ ਕਿ ਇਸ ਕਰਜ਼ਾ ਮਾਫੀ ਦੇ ਚੱਕਰ ਨੇ ਸਹਿਕਾਰੀ ਬੈਂਕ ਬਿਲਕੁਲ ਡੋਬ ਤੇ, ਉਹਨਾਂ ਦੀ ਰਿਟਰਨ ਨਹੀਂ ਆਈ ਤੇ ਉਹ ਡੁੱਬ ਕੇ ਤਨਖਾਹਾਂ ਦੇਣ ਦੀ ਵੀ ਪ੍ਰੋਬਲਮ ਆ ਗਈ। ਹੁਣ ਤੱਕ 4 ਸਾਲ 'ਚ ਬਹੁਤ ਬੁਰਾ ਹਾਲ ਹੋਇਆ। ਇਸ ਵਾਰ ਪਹਿਲੀ ਵਾਰ ਇੱਕ ਸੰਕੇਤ ਦਿੱਤਾ ਰਾਜਪਾਲ ਦੇ ਭਾਸ਼ਣ ਦੇ ਵਿੱਚ ਵੀ ਆਪਾਂ ਇਹਨੂੰ ਕਰਨਾ ਕਿਸੇ ਨਾ ਕਿਸੇ ਦੇ। ਉਹ ਕਹਿੰਦੇ ਨੇ ਕਿ 10,000 ਕਿਸਾਨ ਨੂੰ ਫਾਇਦਾ ਦੇਣ ਦੇ ਲਈ ਲਗਭਗ ਉਹਨਾਂ ਦੀ ਸਹਾਇਤਾ ਗੌਰਮੈਂਟ ਕਰੇਗੀ ਉਸ ਬੈਂਕਾਂ, ਕਿਉਂਕਿ ਉਹ ਵਾਪਸ ਨਹੀਂ ਮੋੜ ਸਕੇ। 1 ਟਾਈਮ ਸੈਟਲਮੈਂਟ ਜਿਹੜੀ ਇੱਕ ਸਕੀਮ ਹੈ ਉਹ ਲਿਆਂਦੀ ਜਾ ਰਹੀ ਹੈ ਕੋਆਪਰੇਟਿਵ ਉਹਦੇ ਵਿੱਚ ਵੀ, ਤਾਂ ਕਿ ਉਹਨੇ ਬੰਦਿਆਂ ਦਾ ਜਿਹੜਾ ਕਰਜ਼ਾ ਸਾਰਾ ਮਾਫ ਕਰਾ ਕੇ ਜਿਹੜਾ ਉਹਦੀ ਭਰਪਾਈ ਬੈਂਕ ਦੀ ਗੌਰਮੈਂਟ ਕਰਦੇ ਇਸ ਪੱਧਰ ਦੇ ਉੱਤੇ। ਇਹ ਤਾਂ ਹੈਗੀਆਂ ਨੇ ਕਿਸਾਨ ਮਜ਼ਦੂਰ ਦੇ ਮਾਮਲੇ 'ਚ ਕੁਝ ਮੋਟੀਆਂ ਗੱਲਾਂ ਜਿਹੜੀਆਂ ਉਹ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ 22 'ਚ ਇਹ ਆਉਣਗੀਆਂ ਔਰ ਇਹਦੇ ਨਾਂ 'ਤੇ ਸਰਕਾਰ ਤੋਂ ਵੋਟ ਹੁਣ ਲੈਣਗਾ। ਉਹ ਸਵਾਲ ਅੱਗੇ ਲੋਕਾਂ ਨੇ ਸੋਚਣਾ ਕਿ ਕੀ ਵਾਅਦਾ ਸੀ ਤੇ ਕਿੰਨਾ ਹੋਇਆ ਤੇ ਕੀ ਨਹੀਂ ਹੈ ਉਸ ਰੂਪ ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਸੀ ਘਰ ਘਰ ਰੁਜ਼ਗਾਰ ਦਾ ਸਵਾਲ। ਇਹ ਬਹੁਤ ਵੱਡਾ ਵਾਅਦਾ ਸੀ ਨੌਜਵਾਨਾਂ ਦੇ ਨਾਲ। ਬੇਰੁਜ਼ਗਾਰੀ ਦਾ ਮਾਮਲਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਪੈਂਦਾ ਤੇ ਉਹਦੇ 'ਚ ਇਹਦੇ 'ਚ ਦਾਅਵਾ ਇਹ ਕੀਤਾ ਗਿਆ ਕਿ ਸਰਕਾਰ ਨੇ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ, ਚਾਹੇ ਉਹ ਸਵੈ ਰੁਜ਼ਗਾਰ ਸੀ, ਚਾਹੇ ਉਹ ਪ੍ਰਾਈਵੇਟ, ਚਾਹੇ ਬਾਕੀ ਨੌਕਰੀਆਂ ਦਾ ਬੰਦੋਬਸਤ ਕੀਤਾ ਹੈ। ਹੁਣ ਇਹ ਨੌਜਵਾਨ ਜਾਣਨ ਜਾਂ ਸਰਕਾਰ ਜਾਣੇ ਕਿ ਪ੍ਰਾਈਵੇਟ ਜਿਹੜੇ ਉਹ ਮੇਲੇ ਲੱਗਦੇ ਰਹੇ ਜਿੱਥੇ ਪਸ਼ੂਆਂ ਦੀ ਮੰਡੀ ਦੀ ਤਰ੍ਹਾਂ ਨੌਜਵਾਨਾਂ ਦੀਆਂ ਮੰਡੀਆਂ ਲੱਗਦੀਆਂ ਰਹੀਆਂ ਨੌਕਰੀ ਪਾਉਣ ਦੇ ਵਾਸਤੇ, ਉਹਨਾਂ 'ਚੋਂ ਪੰਜਾਬ 'ਚ ਕਿੰਨਿਆਂ ਕੁ ਨੂੰ ਮਿਲੀ ਹੈ ਕਿ ਕਿੰਨੇ ਕੁ ਲੋਕ ਇਹਨੇ ਸਰਕਾਰ ਨੇ ਮਤਲਬ ਇੱਕ ਦਾਅਵਾ ਕੀਤਾ ਹੈ ਇਸ ਰਾਜਪਾਲ ਦੇ ਜਿਹੜਾ ਭਾਸ਼ਣ ਦੇ ਵਿੱਚ। ਤੇ ਕੁਝ ਹੋਰ ਕਰੂਸ਼ਲ ਪੁਆਇੰਟ ਸੀ। ਨਸ਼ਿਆਂ ਦਾ ਕੁਐਸਚਨ ਸੀ ਕਿ ਉਹਦਾ ਲੱਕ ਤੋੜ ਦਿੱਤਾ ਜਾਏਗਾ 4 ਹਫ਼ਤਿਆਂ ਦੇ ਅੰਦਰ। ਉਹਦਾ ਕੀ ਹੈ? ਕੋਵਿਡ 'ਤੇ ਸਰਕਾਰ ਨੇ ਕਾਫੀ ਜ਼ਿਆਦਾ ਆਪਣੀ ਪਿੱਠ ਥਪਥਪਾਈ ਹੈ ਕਿ ਇੰਨੇ ਸੰਕਟ ਦੇ ਹਾਲਤ 'ਚ ਵੀ ਅਸੀਂ ਬਹੁਤ ਚੰਗਾ ਕੰਮ ਕੀਤਾ ਹੈ ਤੇ ਇੱਥੇ ਫੈਲਣ ਨਹੀਂ ਦਿੱਤਾ ਜਾਂ ਜੋ ਵੀ ਤਰੀਕਾ ਹੋਇਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਸਰਕਾਰ ਨੇ ਇਹ ਕਿਹਾ ਰਾਜਪਾਲ ਦੇ ਭਾਸ਼ਣ 'ਚ ਕਿ ਅਸੀਂ ਜਿੰਨੇ ਵਾਅਦੇ ਕੀਤੇ ਸੀ ਉਹਦਾ 'ਚੋਂ ਵੱਡਾ ਹਿੱਸਾ ਲਗਭਗ ਪੂਰਾ ਕਰ ਚੁੱਕੇ ਹਾਂ, ਥੋੜ੍ਹਾ ਬਹੁਤ ਰਹਿੰਦਾ, ਇਹਨੂੰ ਇਸ ਸਾਲ 'ਚ ਪੂਰਾ ਕਰ ਦਾਂਗੇ। ਇਹ ਸਵਾਲ ਰਾਜਪਾਲ ਦੇ ਭਾਸ਼ਣ ਦੇ ਰਾਹੀਂ ਆਇਆ ਤੇ ਲੋਕ ਦੇਖ ਲੈਣ। ਮੈਨੂੰ ਲੱਗਦਾ ਲੋਕਾਂ ਦੇ ਆਪਣੇ ਸਹਿਚਾਰ ਦੇ, ਹਾਲਾਂਕਿ ਇੱਕ ਉਹ ਦੂਜਾ ਇੱਕ ਵੱਡਾ ਇਸ਼ੂ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ, ਉਹ ਕਸਮਕਸ CBI ਵਰਸਜ ਪੰਜਾਬ ਪੁਲਿਸ ਜਾਂ ਪੰਜਾਬ ਉਹੀ ਚੱਲ ਰਿਹਾ ਤੇ ਅਜੇ ਵੀ ਚੱਲਦਾ ਤੇ ਉਹ ਚੱਲੀ ਜਾ ਰਿਹਾ ਉਸੇ ਪੱਧਰ ਦੇ ਉੱਤੇ। ਦੋਸ਼ੀ ਅੰਦਰ ਹੋਣਗੇ, ਕਿੰਨੇ ਅੰਦਰ ਹੋਣਗੇ, ਕਿਵੇਂ ਹੋਣਗੇ, ਉਹ ਵੀ ਅਜੇ ਅੰਡਰ ਮਤਲਬ ਇੱਕ ਲਗਾਤਾਰਤਾ ਹੀ ਹੈ ਉਸੇ ਵਿੱਚ ਮੁਕੱਦਮਾ ਜਿਹੜਾ ਚੱਲ ਰਿਹਾ ਕੋਰਟ ਦੇ ਵਿੱਚ। ਇਹ ਕਾਫੀ ਮਹੱਤਵਪੂਰਨ ਵਾਅਦਿਆਂ 'ਚੋਂ ਗਿਣੇ ਜਾਂਦੇ ਸੀ। ਵਾਅਦੇ ਤਾਂ ਹੋਰ ਵੀ ਬਹੁਤ ਨੇ ਜਿਹੜੇ ਵੱਖ-ਵੱਖ ਕੀਤੇ ਗਏ। ਇਹਦੇ 'ਚ ਲੋਕਾਂ ਨੇ ਹੁਣ ਰਾਜਪਾਲ ਦੇ ਭਾਸ਼ਣ ਤੋਂ ਇਹ ਸੰਕੇਤ ਲੈਣਗੇ ਕੀ ਕਰਨਾ ਤੇ ਦੂਜੀ ਗੱਲ ਕਿੰਨੇ ਵਾਅਦੇ ਪੂਰੇ ਨਹੀਂ, ਕਿੰਨੇ ਨਹੀਂ ਹੋਏ। ਅਜੇ ਕਿਸਾਨ ਅੰਦੋਲਨ 'ਤੇ ਫੋਕਸ ਹੈ। ਕਿਸਾਨ ਅੰਦੋਲਨ ਤੋਂ ਹਟ ਕੇ ਸ਼ਾਇਦ ਲੋਕ ਇਹਨਾਂ 'ਤੇ ਵਿਸ਼ਲੇਸ਼ਣ ਕਰਨਾ ਸ਼ੁਰੂ ਕਰਨਗੇ। ਹਮੀਰ ਸਿੰਘ ਜੀ, ਅੱਜ ਦੇ ਰਾਜਪਾਲ ਦੇ ਭਾਸ਼ਣ ਜਿਹੜਾ ਹੈਗਾ ਸੂਬਾ ਸਰਕਾਰ ਨੇ ਆਪਣੀ ਪਿੱਠ ਥਾਪੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ, ਤੁਸੀਂ ਜ਼ਿਕਰ ਕਰਿਆ ਹੈ ਵੀ ਰਾਜਪਾਲ ਨੂੰ ਕੇਂਦਰ ਦੇ ਨੁਮਾਇੰਦੇ ਵਜੋਂ ਦੇਖਿਆ ਜਾਂਦਾ ਤੇ ਅੱਜ ਉਸੇ ਰਾਜਪਾਲ ਨੇ ਜਿਹੜਾ ਹੈਗਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਪੰਜਾਬ ਸਰਕਾਰ ਨੇ ਮਤਾ ਪਾਸ ਕੀਤਾ ਸੀ ਉਹ ਅੱਜ ਪੜ੍ਹਿਆ। ਤੁਸੀਂ ਇਸ ਨੂੰ ਕਿਵੇਂ ਦੇਖੋ? ਨਹੀਂ, ਬਿਲਕੁਲ ਸਾਡੇ ਰਾਜਪਾਲ ਦਾ ਜਿਹੜਾ ਅਹੁਦਾ ਹੈ ਉਹ ਕੰਟਰੋਵਰਸੀਅਲ ਰਿਹਾ, ਵਿਵਾਦਤ ਰਿਹਾ ਹਮੇਸ਼ਾ। ਔਰ ਇਸੇ ਕਰਕੇ ਜਿਹੜੇ 2 ਕਮਿਸ਼ਨ ਬਣੇ ਸੀ ਆਜ਼ਾਦੀ ਤੋਂ ਬਾਅਦ ਆ ਜਿਹੜੇ ਸੰਘੀ ਢਾਂਚੇ ਲਈ ਫੈਡਰਲਿਜ਼ਮ ਦੇ ਕੁਐਸਚਨ ਦੇ ਉੱਤੇ, ਔਰ ਈਵਨ ਆ ਕਾਨੂੰਨਾਂ ਨੂੰ ਵੀ ਸਾਰਿਆਂ ਨੂੰ ਪੰਜਾਬ ਸਰਕਾਰ ਨੇ ਵੀ ਤੇ ਬਾਕੀ ਪਾਰਟੀਆਂ ਤੇ ਉਹ ਵੀ ਸਾਰੇ ਕਹਿ ਰਹੇ ਨੇ ਕਿ ਫੈਡਰਲ ਸਟਰਕਚਰ ਤੇ ਹਮਲਾ ਹੈ ਜਿਹੜੇ ਕੇਂਦਰ ਸਰਕਾਰ ਕਾਨੂੰਨ ਬਣਾ ਰਹੀ ਹੈ। ਤੇ ਇਹਦੇ ਰਾਜਪਾਲ ਬਾਰੇ ਵੀ ਇਹ ਲਿਖਿਆ ਗਿਆ ਔਰ ਉਹਨਾਂ ਕਮਿਸ਼ਨਾਂ ਦੇ ਵਿੱਚ ਰਿਕਮੈਂਡੇਸ਼ਨ ਹੋਈ ਕਿ ਇੱਕ ਪੁੰਛੀ ਕਮਿਸ਼ਨ ਦੇ ਵਿੱਚ ਤਾਂ ਇਸ ਹੱਦ ਤੱਕ ਰਿਕਮੈਂਡੇਸ਼ਨ ਹੋਈ ਕਿ ਰਾਜਪਾਲ ਨੂੰ ਹਟਾਉਣ ਤੱਕ ਦਾ, ਇੰਪੀਚਮੈਂਟ ਦਾ, ਮਹਾਦੋਸ਼ ਦਾ ਮੁਕੱਦਮਾ ਚਲਾਉਣ ਤੱਕ ਦਾ ਵਿਧਾਨ ਸਭਾ ਨੂੰ ਹੱਕ ਹੋਣਾ ਚਾਹੀਦਾ। ਰਾਜਪਾਲ ਚੀਫ ਮਿਨਿਸਟਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਲੱਗਣੇ ਚਾਹੀਦੇ ਕਿਸੇ ਵੀ। ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਨੇ ਉਹਦੇ 'ਤੇ ਉਹਦਾ ਪਹਿਲਾਂ ਹੀ ਇੱਕ ਲੰਮਾ ਪੀਰੀਅਡ ਚਾਹੀਦਾ ਕਿ ਉਹ ਸਿਆਸੀ ਤੌਰ 'ਤੇ ਕਾਰਕੁਨ ਨਾ ਰਿਹਾ ਹੋਵੇ ਤੇ ਨਾ ਇਸ ਤੋਂ ਬਾਅਦ ਸਿਆਸੀ ਰਹਿ ਸਕੇ ਕਿਸੇ ਵੀ ਤੌਰ 'ਤੇ। ਇਹਨੇ ਕਿੰਨੀਆਂ ਰਿਕਮੈਂਡੇਸ਼ਨਜ਼ ਨੇ ਪਰ ਉਹ ਆਈਆਂ ਗਈਆਂ ਹੋ ਗਈਆਂ। ਅਜੇ ਤੱਕ ਸਾਡੇ ਕੋਲ ਰਾਜਪਾਲਾਂ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਦੋਸ਼ ਲੱਗਦਾ ਰਿਹਾ ਕਿ ਕੇਂਦਰ ਸਰਕਾਰ ਵਰਤਦੀ ਰਹੀ ਹੈ, ਸੂਬਾ ਸਰਕਾਰਾਂ ਖਿਲਾਫ ਰਿਪੋਰਟ ਲੈ ਲੈਂਦੀ ਰਹੀ ਹੈ, ਜਿੱਥੇ ਸਰਕਾਰਾਂ ਤੋੜਨੀਆਂ ਨੇ ਤੋੜ ਦਿੰਦੀ ਹੈ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਨੇ ਹੁਣੇ ਵੀ ਚਾਹੇ ਅਰੁਣਾਚਲ ਦਾ ਮਾਮਲਾ ਸੀ, ਚਾਹੇ ਮੱਧ ਪ੍ਰਦੇਸ਼ ਦਾ ਮਾਮਲਾ ਸੀ, ਵੱਖ-ਵੱਖ ਟਾਈਪ ਦੇ ਹੁਣ ਵੀ ਸਾਡੇ ਸਾਹਮਣੇ ਦੇਖੇ ਜਾ ਸਕਦੇ ਨੇ, ਪੁਰਾਣੇ ਛੱਡੇ ਵੀ। ਇਸੇ ਲਈ ਪਰ
ਕਿਉਂਕਿ ਇਹਦੇ ਤੇ ਇਹ ਲੱਗਦਾ ਸੀ ਇਹ ਤੋਂ ਪਹਿਲਾਂ ਕਿ ਹੋ ਸਕਦਾ ਰਾਜਪਾਲ ਕਈ ਗੱਲਾਂ ਨੂੰ ਡਿਨਾਈ ਵੀ ਕਰ ਦਿੰਦੇ, ਮੈਂ ਨਹੀਂ ਪੜ੍ਹਨਾ ਜਾਂ ਕੁਝ ਹੋਰ ਹੈ, ਜਾਂ ਇਹਨੂੰ ਤਬਦੀਲ ਕਰੋ ਜਾਂ ਹੋਰ ਹੈ। ਇਹੋ ਜਿਹੀ ਕੰਟਰੋਵਰਸੀ ਨਹੀਂ ਹੋਈ ਕੋਈ। ਤੇ ਜਿਸ ਤਰੀਕੇ ਦਾ ਪੰਜਾਬ ਗੌਰਮੈਂਟ ਨੇ ਮਤਲਬ ਇੱਕ ਰਾਜਪਾਲ ਦਾ ਭਾਸ਼ਣ ਪੇਸ਼ ਦਿੱਤਾ ਹੈ, ਤੇ ਉਹ ਭਾਸ਼ਣ ਦੇ ਵਿੱਚ ਲਿਖਤੀ ਤੌਰ ਤੇ ਰਾਜਪਾਲ ਨੇ ਮੇਰੇ ਖਿਆਲ ਸਵੀਕਾਰ ਕੀਤਾ, ਤਾਂ ਹੀ ਦਿੱਤਾ ਤੇ ਉਹ ਪੜ੍ਹਿਆ। ਤੇ ਮੈਨੂੰ ਲੱਗਦਾ ਕਿ ਠੀਕ ਗੱਲ ਹੈ ਉਸ ਪਾਸੇ ਵੱਲ ਗਈ, ਕਿਉਂਕਿ ਰਾਜ ਸਰਕਾਰ ਦੀ ਉਹ ਚੱਲਣੀਆਂ ਉਹਦੀਆਂ ਹੀ ਪ੍ਰਾਪਤੀਆਂ ਨੇ, ਰਾਜਪਾਲ ਨੇ ਤੱਕ ਪੜ੍ਹਨਾ ਹੁੰਦਾ ਉਸ ਪੱਧਰ ਤੇ। ਹਮੀਰ ਸਿੰਘ ਜੀ, ਅਗਲੇ ਸਾਲ ਪੰਜਾਬ ਵਿਧਾਨ ਸਭਾ ਜਿਹੜੀ ਕਿ ਚੋਣਾਂ ਹੋਣ ਜਾ ਰਹੀਆਂ, ਤੇ ਇਹ ਜਿਹੜਾ ਸੀ ਕੈਪਟਨ ਸਰਕਾਰ ਦੇ ਇਸ ਕਾਰਜਕਾਲ ਦਾ ਆਖਰੀ ਬਜਟ ਸੀ, ਤੇ ਹਮੇਸ਼ਾ ਇਹੀ ਚੀਜ਼ ਦੇਖੀ ਜਾਂਦੀ ਹੈ ਵੀ ਕਿ ਸਰਕਾਰ ਜਿਹੜੀ ਹੈਗੀ ਆਪਣੇ ਅਖੀਰਲੇ ਸਾਲ 'ਚ ਲੋਕਾਂ ਨੂੰ ਲੁਭਾਉਣ ਦੀ ਬਹੁਤ ਤਰ੍ਹਾਂ ਦੀ ਕੋਸ਼ਿਸ਼ਾਂ ਕਰਦੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਬਜਟ ਸੈਸ਼ਨ ਦੇ ਵਿੱਚ ਸਰਕਾਰ ਲੋਕਾਂ ਨੂੰ ਲੁਭਾਉਣ ਲਈ ਕੀ ਕੁਝ ਕਰ ਸਕਦੀ ਹੈ। ਅਸਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੱਕ ਰਿਵਾਜ ਬਣ ਗਿਆ ਕਿ ਸਰਕਾਰਾਂ ਬਣਦੀਆਂ ਤਾਂ 5 ਸਾਲ ਵਾਸਤੇ ਨੇ, ਪਰ ਉਹ ਕੰਮ ਆਖਰੀ ਸਾਲ ਹੀ ਕਰਦੀਆਂ ਨੇ। ਪਹਿਲੇ 4 ਸਾਲ ਉਹ ਕਹਿੰਦੀਆਂ ਰਹਿੰਦੀਆਂ ਨੇ ਪੈਸਾ ਨਹੀਂ ਹੈ, ਖਜ਼ਾਨਾ ਖਾਲੀ ਹੈ, ਬਾਕੀ ਹੈ। ਫਿਰ ਆਖਰੀ ਸਾਲ ਉਹਦੇ 'ਚੋਂ ਚੂਨ ਭੂਨ ਜੋ ਵੀ ਇਕੱਠੀ ਹੋਈ ਹੁੰਦੀ ਆ ਉਹਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ ਬੜੇ ਵੱਡੇ ਪੈਮਾਨੇ ਦੇ ਉੱਤੇ। ਔਰ ਇਹ ਜਿਹੜਾ ਇਹ ਸਰਕਾਰ ਵੀ ਉਹੀ ਤਰੀਕਾ ਹੈ, ਪਹਿਲੀਆਂ ਕਈ ਸਰਕਾਰਾਂ ਵੀ ਇਸੇ ਤਰੀਕੇ ਦਾ ਕੰਮ ਕਰਦੀਆਂ ਰਹੀਆਂ ਨੇ। ਕਿਉਂਕਿ 4 ਸਾਲ ਤੱਕ ਤਾਂ ਇੱਕ ਤਾਂ ਅੱਧਾ ਤਾਂ ਕੰਮ ਮੇਰੇ ਖਿਆਲ ਇਸ ਸਰਕਾਰ ਦਾ ਸੌਖਾ ਕਰਤਾ ਕਰੋਨਾ ਨੇ, ਕਿਉਂਕਿ ਕਰੋਨਾ 'ਚ ਤਾਂ ਕੋਈ ਪਿਛਲਾ ਸਾਲ ਲੰਘ ਗਿਆ ਸਾਰਾ, ਕੋਈ ਉਸ ਲੈਵਲ ਦਾ ਨਹੀਂ ਸੀ ਐਜੀਟੇਸ਼ਨ ਹੋਣੀ। ਦੂਜੀ ਗੱਲ ਕੇਂਦਰ ਦੇ ਕਾਨੂੰਨਾਂ ਨੇ ਕਰਤਾ, ਕੇਂਦਰ ਦੇ ਕਾਨੂੰਨ ਆ ਗਏ, ਪੂਰੇ ਪੰਜਾਬ ਦਾ ਜਿਹੜਾ ਫੋਕਸ ਜਿਹੜਾ ਵੱਡੀ ਧਿਰ ਦਾ ਕਿਸਾਨਾਂ ਦਾ ਪਹਿਲਾਂ ਹੋਇਆ, ਫਿਰ ਇਹ ਲੋਕ ਅੰਦੋਲਨ ਬਣ ਗਿਆ ਤੇ ਕੇਂਦਰ ਦੇ ਖਿਲਾਫ ਚਲਾ ਗਿਆ, ਸ਼ਿਫਟ ਹੋ ਗਿਆ ਜਿਹੜਾ ਇਹਨਾਂ ਦੇ ਖਿਲਾਫ ਸੀ। ਇਸ ਲਈ ਇਹ ਸਾਲ ਦੇ ਵਿੱਚ ਜਿਹੜੀਆਂ ਇਹਨਾਂ ਪੰਜਾਬ ਦੀ ਸਰਕਾਰ ਤੋਂ ਜਵਾਬ ਮੰਗਣੇ ਸੀ ਲੋਕਾਂ ਨੇ, ਉਹਨਾਂ ਦਾ ਫੋਕਸ ਅਲੱਗ ਹੋ ਗਿਆ। ਇਸ ਲਈ ਸੌਖਾ ਸਾਹ ਆ ਰਿਹਾ ਸ਼ਾਇਦ ਸਰਕਾਰ ਨੂੰ। ਤੇ ਜਦੋਂ ਕਿਸਾਨ ਲੀਡਰਾਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਕੋਈ ਨਹੀਂ ਕੇਂਦਰ ਤੋਂ ਬਿੱਲ ਵਾਪਸ ਕਰਾਈਏ ਤੇ ਬਾਕੀ ਚੀਜ਼ਾਂ ਕਰੀਏ, ਫਿਰ ਮੁੜਾਂਗੇ, ਫਿਰ ਵਾਅਦਿਆਂ ਦਾ ਉਹ ਕਰਾਂਗੇ। ਔਰ ਮੈਨੂੰ ਇਹ ਲੱਗਦਾ ਕਿ ਜਿਹੜੀ ਲੋਕਾਂ ਦੇ ਅੰਦਰ ਹੁਣ ਜਾਗਰੂਕਤਾ ਹੈ, ਜਿਸ ਪੱਧਰ ਤੇ ਸਰਕਾਰ ਦੇ ਸਾਹਮਣੇ ਕੇਂਦਰ ਦੀ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਨੇ, ਇੰਟਰਨੈਸ਼ਨਲ ਲੈਵਲ ਤੇ ਕਟਹਿਰੇ 'ਚ ਖੜਾ ਕਰ ਦਿੱਤਾ ਗਿਆ ਹੈ, ਹੁਣ ਉਹ ਲੋਕ ਇੰਨੇ ਕੁ ਜਾਗਰੂਕ ਹੋ ਗਏ, ਉਹ ਹਰ ਤਰ੍ਹਾਂ ਦੀ ਸਰਕਾਰ ਤੋਂ ਸਵਾਲ ਪੁੱਛਣ ਦੀ ਹਿੰਮਤ ਵੀ ਰੱਖਣਗੇ ਤੇ ਹਰ ਸਰਕਾਰ ਦਾ ਜਿਹੜਾ ਵਿਸ਼ਲੇਸ਼ਣ ਵੀ ਕਰਨਗੇ ਤੇ ਹਰ ਸਰਕਾਰ ਨੂੰ ਜਵਾਬ ਦੇਣ ਲਈ ਮਜਬੂਰ ਵੀ ਕਰਨਗੇ। ਤੇ ਕੇਵਲ ਵਾਅਦਿਆਂ ਨਾਲ ਨਹੀਂ, ਜਿਹੜੇ ਮੈਨੀਫੈਸਟੋ 'ਚ ਵਾਅਦੇ ਕੀਤੇ ਜਾਂਦੇ ਨੇ ਜੇ ਉਹਨੂੰ ਦੇਖ ਲਓ ਤਾਂ ਉਹਦੀ ਪੂਰਤੀ ਦਾ ਜਿਹੜਾ ਸਵਾਲ ਆਏਗਾ, ਸਰਕਾਰਾਂ 15-20% ਦੇ ਨੇੜੇ ਵੀ ਪਹੁੰਚਦੀਆਂ ਨਹੀਂ ਦਿਖਾਈ ਦਿੰਦੀਆਂ ਹੁੰਦੀਆਂ। ਬਾਕੀ ਜਿੱਥੇ ਮਰਜ਼ੀ ਹੈ, ਕਿਉਂਕਿ ਵਾਅਦੇ ਇੰਨੇ ਕਰ ਦਿੱਤੇ ਜਾਂਦੇ ਨੇ ਜਿਹੜੇ ਤੁਹਾਡੀ ਪਹੁੰਚ ਤੱਕ ਹੀ ਨਹੀਂ ਹੁੰਦੇ, ਤੁਹਾਡੇ ਕੋਲ ਨਾ ਉਹਦੇ ਵਸੀਲੇ ਹੁੰਦੇ ਨੇ ਉਹਨੇ, ਨਾ ਤੁਸੀਂ ਉਹਨੂੰ ਪੂਰਾ ਕਰ ਸਕਦੇ ਹੋ। ਪਰ ਚੋਣਾਂ ਦੇ ਦੌਰਾਨ ਇਹ ਕਿਹਾ ਜਾਂਦਾ ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਛੋਟੇ ਮੋਟੇ ਲਾਭ, ਆਹ ਲੋਕ ਲਾਭ ਨੇ ਨਾ ਸਾਰੇ ਲੋਕ ਨਿਭਾਊ ਕਿ ਤੁਹਾਨੂੰ ਮੋਬਾਈਲ ਫੋਨ ਦਿਆਂਗੇ, ਤੁਹਾਨੂੰ ਫਲਾਨਾ ਦਿਆਂਗੇ। ਫਿਰ ਹੌਲੀ ਹੌਲੀ ਕਰਦੇ ਕਰਦੇ ਇਹੋ ਜਿਹਾ ਇੱਕ ਅੱਧਾ ਕਰ ਦਿੱਤਾ ਜਾਂਦਾ, ਚੱਲ ਇਹ ਪੂਰਾ ਕਰ ਦਿਓ ਕਿਉਂਕਿ ਇਹ ਤਾਂ ਘੱਟ ਵਾਲੀ ਹੈ। ਜਿਹੜੇ ਬੁਨਿਆਦੀ ਸਵਾਲ ਨੇ, ਬੇਸਿਕ ਸਵਾਲ ਆਉਂਦੇ ਨੇ, ਇੰਪਲਾਇਮੈਂਟ ਦਾ ਸਵਾਲ ਹੈ, ਰੁਜ਼ਗਾਰ ਦਾ ਸਵਾਲ ਹੈ, ਇਹ ਹਰ ਨੌਜਵਾਨ ਲਈ ਬੇਸਿਕ ਸਵਾਲ ਹੈ। ਔਰ ਇਸੇ ਤਰ੍ਹਾਂ ਕਿਸਾਨੀ ਦਾ ਸਵਾਲ ਹੈ, ਕਰਜ਼ਾ, ਖੁਦਕੁਸ਼ੀਆਂ ਹੋ ਰਹੀਆਂ ਨੇ ਬੜੇ ਵੱਡੇ ਪੱਧਰ ਦੇ ਉੱਤੇ। ਔਰ 4 ਸਾਲ ਤੋਂ ਬਾਅਦ ਇਹਦੇ ਤੋਂ ਵੀ, ਤੇ ਮੋਦੀ ਸਰਕਾਰ ਦੇ 6-7 ਸਾਲ ਤੋਂ ਬਾਅਦ ਵੀ ਖੁਦਕੁਸ਼ੀਆਂ ਦਾ ਰੁਝਾਨ ਵਧਿਆ, ਰੁਝਾਨ ਤੇ ਰੋਕ ਨਹੀਂ ਲੱਗੀ, ਘਟਿਆ ਨਹੀਂ ਹੈ। ਇਹ ਚਿੰਤਾਜਨਕ ਸਵਾਲ ਨੇ ਸਾਰੇ। ਔਰ ਇਸੇ ਕਰਕੇ ਉਹ ਜਿਹੜੇ ਵੱਡੇ ਸਵਾਲ ਨੇ ਉਹਨਾਂ ਦਾ ਜਵਾਬ ਸਰਕਾਰਾਂ ਨੂੰ ਦੇਣਾ ਚਾਹੀਦਾ, ਜਾਂ ਫਿਰ ਕੋਈ ਨਵਾਂ ਮਾਡਲ ਕਿ ਪਿਛਲਾ ਸਾਡੇ ਤੋਂ ਨਹੀਂ ਠੀਕ ਹੋਇਆ, ਪਿਛਲਾ ਆਲਟਰਨੇਟਿਵ ਮਾਡਲ ਜਿਹੜਾ ਕੋਈ ਸਾਡੇ ਕੋਲ ਅੱਜ ਆਇਆ, ਸਾਨੂੰ ਅੱਜ ਗੱਲ ਪਤਾ ਲੱਗੀ ਹੈ, ਇਹੋ ਜਿਹਾ ਤਾਂ ਕੋਈ ਨਹੀਂ ਹੋ ਰਿਹਾ। ਕੇਵਲ ਕੁਝ ਵਾਅਦੇ ਤੇ ਦਾਅਵੇ ਹੀ ਨੇ, ਤੇ ਜਿਹਦੇ ਕਰਕੇ ਸਾਡਾ ਪਾਣੀ ਮੁੱਕਣ ਚੱਲਿਆ, ਜਿਹਦੇ ਕਰਕੇ ਸਾਡੀ ਧਰਤੀ ਬੰਜਰ ਹੋ ਰਹੀ ਹੈ, ਜਿਹਦੇ ਕਰਕੇ ਸਾਡੇ ਕੋਲ ਕੈਂਸਰ, ਕਾਲਾ ਪੀਲੀਆ ਦਾ ਦੌਰ ਚੱਲ ਰਿਹਾ, ਤੇ ਜਿਹਦੇ ਕਰਕੇ ਸਾਡੇ ਸਾਰੇ ਕਿਤੇ ਨਿਰਾਸ਼ਾ ਦਾ ਆਲਮ ਹੈ। ਔਰ ਜਿਸ ਢੰਗ ਨਾਲ ਪੰਜਾਬ 'ਚੋਂ ਬੱਚੇ ਬਾਹਰ ਜਾ ਰਹੇ ਨੇ, ਬਾਕੀ ਚੀਜ਼ਾਂ ਨੇ, ਇੱਥੇ ਤਾਂ ਖੈਰ ਸਰਕਾਰਾਂ ਸੋਚ ਵੀ ਨਹੀਂ ਰਹੀਆਂ ਅਜੇ। ਇਸ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ, ਉਹ ਕਿੰਨਾ ਲਾਗੂ ਹੁੰਦਾ ਪਤਾ ਨਹੀਂ, ਕਿ ਆਈਲੈਟਸ ਅਸੀਂ ਸਰਕਾਰੀ ਸਕੂਲਾਂ 'ਚ ਵੀ ਕਰਾ ਦਿਆ ਕਰਾਂਗੇ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਹਿਲੇ ਸਾਲ ਦੇ ਵਿੱਚ ਹੀ ਵਿਧਾਨ ਸਭਾ ਦੇ ਵਿੱਚ ਇੱਕ ਇਹ ਕਮਿਟਮੈਂਟ ਵੀ ਕੀਤੀ ਸੀ ਕਿ ਅਸੀਂ ਜਿਹੜਾ ਕੁੜੀਆਂ ਦੀ PhD ਤੱਕ ਦੀ ਵਿਦਿਆ ਮੁਫਤ ਕਰਾਂਗੇ। ਤੇ ਉਹ ਮੁਫਤ ਕਿਤੇ ਨਹੀਂ, ਬਲਕਿ ਆਮ ਜਵਾਕ ਜਿਹੜੇ PTA ਫੰਡ ਦੇ ਵਿੱਚ ਵੀ ਰੌਲਾ ਪਾਉਂਦੇ ਫਿਰ ਰਹੇ ਨੇ, ਸਾਡੇ ਕੋਲ ਪੈਸੇ ਤਾਂ ਹੈ ਨਹੀਂ। PTA 50 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਗੌਰਮੈਂਟ ਉਹਨਾਂ 'ਚ ਲਾਈ ਮਤਲਬ ਲੈਂਦੇ ਨੇ, ਤਾਂ ਆਟੋਮੈਟਿਕਲੀ ਉਹਨਾਂ ਦੀਆਂ ਜੇਬਾਂ 'ਤੇ ਅਸਰ ਪੈਂਦਾ ਹੈ। ਪੰਜਾਬੀ ਯੂਨੀਵਰਸਿਟੀ ਵਰਗੀ ਭਾਸ਼ਾ ਦੇ ਸਵਾਲ ਪੈਦਾ ਹੋ ਰਹੇ ਨੇ, ਯੂਨੀਵਰਸਿਟੀ ਦਾ ਹੋਂਦ ਖਤਰੇ ਦੇ ਵਿੱਚ ਦਿਖਾਈ ਦੇ ਰਹੀ ਹੈ। PAU 'ਚ ਕੇਵਲ ਤਨਖਾਹਾਂ ਜੋਗਾ ਪੈਸਾ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰਲ ਮਿਲ ਕੇ ਸਰਕਾਰਾਂ ਨੂੰ ਉਹਦੇ ਪ੍ਰਤੀ, ਇਕੱਲੀ ਸਰਕਾਰ ਦਾ ਸਵਾਲ ਨਹੀਂ, ਮੇਰੇ ਖਿਆਲ ਹੈ ਸਾਰੀ ਪੋਲੀਟੀਕਲ ਕਲਾਸ ਨੂੰ ਵੀ ਉਹਦੇ ਪ੍ਰਤੀ ਜਵਾਬਦੇਹ ਹੋਣਾ ਪਏਗਾ। ਔਰ ਪੰਜਾਬ ਨੂੰ ਇੱਕ ਸਾਂਝੇ ਮੰਥਨ ਦੀ ਲੋੜ ਹੈ ਕਿ ਇਹਦੇ 'ਚੋਂ ਨਿਕਲਣ ਲਈ ਜਿਲਤ 'ਚੋਂ ਸਾਨੂੰ ਕੀ ਕਰਨਾ ਚਾਹੀਦਾ, ਇੱਕ ਫੋਕਸਡ ਵੱਡੇ ਏਜੰਡੇ ਦੀ
ਜ਼ਰੂਰਤ ਹੈ। ਔਰ ਸ਼ਾਇਦ ਇਹ ਸਾਲ ਦੇ ਵਿੱਚ ਇਹ ਅੰਦੋਲਨ ਲੋਕਾਂ ਨੂੰ ਇਸ ਪਾਸੇ ਸੋਚਣ ਲਾ ਦੇ ਅਤੇ ਇਸ ਵਿਸ਼ਲੇਸ਼ਣ ਕਰਨ ਲਾ ਦੇ ਤਾਂ ਪੰਜਾਬ ਜ਼ਰੂਰ ਕਿਸੇ ਠੀਕ ਪਾਸੇ ਵੱਲ ਚੱਲਿਆ ਜਾ ਸਕਦਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਵਿਸ਼ੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।